एसी करप्ट है। वजीराबाद जिले का तहसील वजीराबाद का करप्ट तरीन एसी है, अपनी तारीख का बदतरीन एसी है। 2-4 जगह के उत्ते इन्ने बंदे ने सरकारी जमीन लोगों को लाट कर छड़ी है। इन्ना ज़मीर नहीं इन्ना बल्दी वालियां दा कि जाके उन्होंने घर दे जाके हालात वेखन ते जाके वेखन कि साडा ऐसा बच्चा उन्हों का मार दिता साडी गली दे साडी नाकस कारकरदगी की वजह तो इन्हों ने जाके उन्होंने कोई पुरसाने हाल नहीं साडे इलाके सिस्टम के खिलाफ। इंशाअल्लाह मैं सूबाई जिहड़ा चीफ सैकटरी उदू AC DC वगैरह सारे दरखास्तां दांगा। बिस्मिल्लाहिर्रहमानिर्रहीम। दोस्तों अस्सलाम वालेकुम। अल्लाह ताला अगे दुआ है इस वीडियो ਨੂੰ देखने वाले सारे दोस्त भैन भाई बजुर्ग अल्लाह ताला इन्हों सब नू सेहत तंदुरुस्ती वाली लंबी जिंदगी अता करे, आमीन सुमा आमीन। तो दोस्तों अज फिर एक बारी तुहाडी खिदमत विच हाज़र होए हैं। साबका वीडियो दे विच जिहड़ा जिक्र कीता सी कि साडे शहर दे विच बड़ा दिल खराश एक वाक़या पेश आया। बच्चा सी अहमद अदील जिहड़ा अपने घर के सामने जिहड़ी है सीवरेज की नाली ਉਹਦੇ 'ਚ डुब के ते जां बहक हो गया। तो कुछ गल्लां मैं तुहाडे नाल कीतियां हन, सोर्स अपने दे नाल तुहाडे तक गोशगुजार कीतियां पहुँचाइयां। तो मैं चाहना वां कि इन्हां दे जिहड़े करीबी ने महल्लेदार ने उन्हां चों भी किसी की गल सुन लईए और तुहाडे तक पहुँचा दईए, या इस तरह कोशिश करिए कि उन्हां दे महल्ले जाके उन्हां दे आंढी गवांढी दा इंटरव्यू कर लईए ताकि जिहड़े हकायक ने उन्हां दी ज़बानी तुहानूं इलम हो जान। तो ये कोशिश अज करने आ जाने आ और उन्हां दे महल्ले 'च किसी बंदे नूं ऐसे नूं मिलने आ कि जिहड़ा सही हकीकत बयान कर सके और अपनी लब कुशाई भी कर सके और साडे तकर तुहाडे तकर सही मालूमात जिहड़ी है अथेंटिक मालूमात जिहड़ी है वो आ सके और वाकया किस तरीके नाल पेश आया वो भी उहदी ज़बानी सुन सकीए। तो चलने अज उन्हां दे महल्ले दे विच और किसी दोस्त नूं मिल के ते उन्हां दा इंटरव्यू करने आ। जनाब जिहड़ा कल दिल खराश वाकया बच्चे वाला पेश आया है, गली दी नाली दे विच डिग के फौत हो गया, ਉਹਦੇ बारे च ज़रा थोड़ी जी गुफ्तगू करो और सानू लोगों को दसो कि वो किस तरह पेश आया। बिस्मिल्लाहिर्रहमानिर्रहीम। अस्सलाम वालेकुम। ਉਹਨਾਂ ਮੈਂ ਬੱਚਿਆਂ ਨੂੰ ਲੈ ਕੇ ਤੇ ਆਪਣੀ ਗਲੀ ਦੇ ਵਿੱਚ ਨਾ ਮੇਰਾ ਘਰ ਅਖੀਰ ਤੇ ਵੇ ਇਹ ਗਲੀ ਦੇ ਬਿਲਕੁਲ ਸਟਾਰਟ ਤੇ ਘਰ ਹੈ, ਪਹਿਲਾ ਘਰ ਹੈ ਗਲੀ ਦਾ। ਮੇਰਾ ਘਰ 6 ਘਰ ਛੱਡ ਕੇ ਵੇ ਉਹ ਮੈਂ ਬੱਚਿਆਂ ਨੂੰ ਲੈ ਕੇ ਬਾਹਰ ਪਿਆ ਹੁੰਦਾ ਤੇ ਇਹ ਨਾ ਸਾਰੀ ਗਲੀ ਦੇ ਵਿੱਚ ਨਾ ਪਾਣੀ ਨਾਲੀ ਦਾ ਬਾਹਰ ਡਿੱਗਿਆ ਤੇ ਵਿੱਚੋਂ ਗਾਰਾ ਜਿਹਾ ਨਿਕਲ ਕੇ ਬਾਹਰ ਪਿਆ। ਉਹ ਸਾਹਮਣੇ ਘਰ ਦੇ ਅੰਦਰ ਬੀਬੀਆਂ ਰੋਂਦੀਆਂ ਸਨ ਪਈਆਂ ਤੇ ਬੰਦੇ ਜਿਹੜੇ ਸਨ ਉਹ ਵੀ ਚੰਗਾ ਰੌਲਾ ਬਣ ਗਿਆ। ਮੈਂ ਅੰਦਰ ਜਾ ਕੇ ਵੇਖਿਆ ਕਿਉਂਕਿ ਸਾਡੇ ਭਾਈ ਦੇ ਸਸੁਰਾਲ ਦਾ ਘਰ ਹੈ। ਉਹ ਮੈਂ ਉਹਨਾਂ ਨੂੰ ਜਾ ਕੇ ਅੰਦਰ ਪੁੱਛਿਆ, ਵੇਖਿਆ ਤਾਂ ਉਹਨਾਂ ਬੱਚਾ ਜ਼ਮੀਨ ਤੇ ਪਾਇਆ ਸੀ, ਸਾਰਾ ਬੱਚਾ ਗਾਬ ਵਿੱਚ ਭਰਿਆ ਸੀ, ਉਹਨੂੰ ਪਾਣੀ ਦੇ ਨਾਲ ਸਾਫ਼ ਪੈਕ ਕਰਦੇ ਸਨ। ਲੇਕਿਨ ਬੱਚਾ ਬਿਲਕੁਲ ਹੀ ਨਾ ਉਹਦੇ ਕੋਈ ਸਾਹ ਵਗੈਰਾ ਮੈਨੂੰ ਨਹੀਂ ਨਜ਼ਰ ਆਇਆ ਕਿ ਉਹਦੇ 'ਚ ਕੋਈ ਸਾਹ ਹੋ। ਮੈਂ ਫੌਰੀ ਤੌਰ ਤੇ 1122 ਨੂੰ ਕਾਲ ਕੀਤੀ ਹੈ। 1122 ਦੇ ਆਉਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਖੁਦ ਹੀ ਕਿਹਾ ਕਿ ਉਹਨੂੰ ਫੌਰੀ ਤੌਰ ਤੇ ਸਰਕਾਰੀ ਹਸਪਤਾਲ ਲੈ ਜਾਓ। ਅੱਗੋਂ ਅਲਮੀਆ ਇਹ ਵੇਖ ਕੇ ਜਨਾਬ ਉਹ ਸਰਕਾਰੀ ਹਸਪਤਾਲ ਬੱਚੇ ਨੂੰ ਲੈ ਕੇ ਗਏ ਨੇ ਤੇ ਉੱਥੇ ਇੱਕ ਕੰਪਾਊਂਡਰ ਬੈਠਾ ਸੀ। ਉਹਨੇ ਆਖਿਆ ਜੀ ਸਾਡੇ ਕੋਲ ਤਾਂ ਡਾਕਟਰ ਸਾਹਿਬ ਹੀ ਕੋਈ ਨਹੀਂ। ਉਹ ਫਿਰ ਫੌਰੀ ਤੌਰ ਤੇ ਉੱਥੋਂ ਬੱਚੇ ਨੂੰ ਲੈ ਕੇ ਪੁੱਟਾ ਵੈਲਫੇਅਰ ਕੰਪਲੈਕਸ 'ਚ ਗਏ ਨੇ। ਉਹਨਾਂ ਨੇ ਉਹਨੂੰ ਡਿਕਲੇਅਰ ਕਰ ਦਿੱਤਾ ਕਿ ਬੱਚਾ ਤੁਹਾਡਾ ਫੌਤ ਹੋ ਗਿਆ। ਬੱਚਾ ਤਕਰੀਬਨ 1.5 ਕੁ ਮਿੰਟ ਪਾਣੀ 'ਚ ਡਿੱਗਿਆ ਰਿਹਾ। 2.5 ਫੁੱਟ 2 ਫੁੱਟ ਡੂੰਘੀ ਨਾਲੀ ਏ ਜਿਹਦੇ ਵਿੱਚ 1 ਫੁੱਟ ਗਾਬ ਦੀ ਤਹਿ ਵੇ ਔਰ ਉਹਦੇ ਉੱਤੇ ਤਕਰੀਬਨ ਫੁੱਟ ਪਾਣੀ ਚੜਿਆ ਰਹਿੰਦਾ। ਯਾਨੀ ਕਿ ਸਾਡੀ ਗਲੀ ਦੇ ਵਿੱਚ ਬਲਦੀਆ ਵਾਲਿਆਂ ਦੀ ਇਹ ਕਰਪਸ਼ਨ ਹੈ ਕਿ ਜਨਾਬ ਸਾਡੇ ਵਾਲੇ ਪਾਸੇ ਪੀਟਰ ਇੰਜਨ ਖਰਾਬ ਹੈ ਜਾਂ ਉਹਦਾ ਤੇਲ ਕੋਈ ਨਹੀਂ ਜਾਂ ਸਾਡੀਆਂ ਗਲੀਆਂ ਬੰਦ ਨੇ ਜਾਂ ਸਾਡੇ ਗਟਰ ਦੀ ਲਾਈਨ ਬੰਦ ਹੈ। ਇਸੇ ਤਰ੍ਹਾਂ ਦੇ ਬਹਾਨੇ ਕਰਕੇ ਸਾਡੀ ਗਲੀ ਨੂੰ 6-6 ਮਹੀਨੇ 5-5 ਮਹੀਨੇ ਨਾਲ ਸਾਫ਼ ਕੀਤਾ ਜਾਂਦਾ ਹੈ, ਨਾ ਹੀ ਗਲੀ ਦੇ ਵਿੱਚੋਂ ਕੋਈ ਪਾਣੀ ਕੱਢਣ ਦਾ ਬੰਦੋਬਸਤ ਕੀਤਾ ਜਾਂਦਾ ਹੈ। ਅੱਜ ਹੁਣ ਕੱਲ ਦਾ ਬੱਚਾ ਫੌਤ ਹੋਇਆ, ਰਾਤੀ AC ਸਾਹਿਬ ਨੇ ਵੀ ਮਤਲਬ ਫੋਨ ਕਰ ਦਿੱਤਾ ਜੀ ਇਹ ਕੀ ਹੋਇਆ ਸਾਨੂੰ ਦੱਸੋ। ਫਿਰ ਉਹ ਪਟਵਾਰੀ ਦੇ ਜ਼ਰੀਏ ਮੇਰੇ ਤੱਕ ਇਤਲਾਹ ਆਈ। ਫਿਰ ਅੱਜ CO ਸਾਹਿਬ ਨੇ ਬੈਠੇ ਨੇ ਜਨਾਬ। ਇੰਨਾ ਜ਼ਮੀਰ ਨਹੀਂ ਇਹਨਾਂ ਬਲਦੀ ਵਾਲਿਆਂ ਦਾ ਕਿ ਜਾ ਕੇ ਉਹਨਾਂ ਦੇ ਘਰ ਦੇ ਜਾ ਕੇ ਹਾਲਾਤ ਵੇਖਣ ਤੇ ਜਾ ਕੇ ਵੇਖਣ ਕਿ ਸਾਡਾ ਐਸਾ ਬੱਚਾ ਉਹਨਾਂ ਦਾ ਮਾਰ ਦਿੱਤਾ ਸਾਡੀ ਗਲੀ ਦੇ ਸਾਡੀ ਨਾਕਸ ਕਾਰਕਰਦਗੀ ਦੀ ਵਜ੍ਹਾ ਤੋਂ। ਇਹਨਾਂ ਨੇ ਜਾ ਕੇ ਉਹਨਾਂ ਨਾਲ ਕੋਈ ਪੁਰਸਾਨੇ ਹਾਲ ਨਹੀਂ ਸਾਡੇ ਇਲਾਕੇ। ਜਦੋਂ ਤੁਸੀਂ ਹਸਪਤਾਲ ਲੈ ਕੇ ਗਏ ਹੋ ਸਰਕਾਰੀ ਹਸਪਤਾਲ ਤੇ ਉਸ ਵਕਤ ਟਾਈਮ ਕੀ ਸੀ? ਤਕਰੀਬਨ 11:30 ਦਾ ਪੌਣੇ 12 ਦਾ ਟਾਈਮ ਸੀ। 11:30 ਵਜੇ ਡਾਕਟਰ ਨਹੀਂ ਸੀ? ਜੀ ਕੋਈ ਨਹੀਂ, ਉੱਥੇ ਡਾਕਟਰ ਹੈ ਹੀ ਨਹੀਂ। ਉੱਥੇ ਡਾਕਟਰ ਹੁੰਦਾ ਹੀ ਨਹੀਂ।
ਉੱਥੇ ਆਮ ਰੂਟੀਨ 'ਚ 2 ਵਜੇ ਤੋਂ ਲੈ ਕੇ 2 ਵਜੇ ਦੀ ਸ਼ਿਫਟ ਤੋਂ ਬਾਅਦ ਡਾਕਟਰ ਆਉਂਦੇ ਨੇ। ਆ ਹੁਣ ਡਾਕਟਰ ਆਏ ਨੇ, ਪਹਿਲਾਂ ਤੇ ਪੂਰਾ ਮਹੀਨਾ ਪਿੱਛੇ ਡਾਕਟਰ ਵੀ ਕੋਈ ਨਹੀਂ ਸੀ। ਕੱਲ ਡਾਕਟਰ ਕੋਈ ਨਹੀਂ ਜਨਾਬ, ਕੱਲ ਇਤਵਾਰ ਵਾਲੇ ਦਿਨ ਐਮਰਜੈਂਸੀ 'ਚ ਕੋਈ ਡਾਕਟਰ ਮੌਜੂਦ ਤੇ ਇਸ ਵਾਕਿਆ ਦਾ ਜ਼ਿੰਮੇਦਾਰ ਤੁਸੀਂ ਬਲਦੀਆ ਨੂੰ ਠਹਿਰਾਉਂਦੇ ਹੋ? ਤੋਂ ਬਾਅਦ ਬਲਦੀਆ ਤੇ ਉਹਦੀ ਵਜ੍ਹਾ ਤੋਂ ਹੀ ਹਲਾਸ਼ੇਰੀ ਹੈ ਨਾ ਜੀ ਉਹਨਾਂ ਨੂੰ, ਕਿ ਭਾਈ ਉਹ ਹਲਾਸ਼ੇਰੀ ਕਿ ਸਾਡਾ ਕਿਹੜਾ ਹਕੂਮਤ ਨੇ ਕੁਝ ਵਿਗਾੜ ਲੈਣਾ। ਇਹ ਸੀ ਕਰਪਟ ਹੈ। ਵਜ਼ੀਰਾਬਾਦ ਜ਼ਿਲ੍ਹੇ ਦਾ ਤਹਿਸੀਲ ਵਜ਼ੀਰਾਬਾਦ ਦਾ ਕਰਪਟ ਤਰੀਨ ਏਸੀ ਹੈ, ਆਪਣੀ ਤਾਰੀਖ ਦਾ ਬਦਤਰੀਨ ਏਸੀ ਹੈ। 2-4 ਜਗ੍ਹਾ ਦੇ ਉੱਤੇ ਇੰਨੇ ਬੰਦੇ ਨੇ ਸਰਕਾਰੀ ਜ਼ਮੀਨ ਲੋਕਾਂ ਨੂੰ ਲਾਟ ਕਰ ਛੱਡੀ ਹੈ ਕਿ ਜਾ ਕੇ ਜਨਾਬ ਤੁਸੀਂ ਜਾ ਕੇ ਉੱਥੇ ਆਪਣਾ ਦੁਕਾਨਾਂ ਪਾ ਕੇ ਤੇ ਜ਼ਿੰਦਗੀ ਗੁਜ਼ਾਰੋ। ਹਾਲਾਂਕਿ ਇਹ ਕਰਪਸ਼ਨ ਦਾ ਦੌਰ ਹੈ। ਬਲਦੀਆ ਜ਼ਿੰਮੇਦਾਰ ਹੈ। ਵੇਖ ਲਓ ਤੁਸੀਂ ਡਾਕਟਰ ਦਾ ਨਾਮ ਮਿਲਣਾ ਕੀ ਹੈ ਕਰਪਸ਼ਨ, ਕਿ ਡਾਕਟਰ ਮੌਜੂਦ ਹੀ ਨਹੀਂ ਹੈ ਇਤਵਾਰ ਵਾਲੇ ਦਿਨ ਸਿਰਫ। ਇਸ ਵਾਕਿਆ ਦੀ ਵਜ੍ਹਾ ਤੋਂ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੁੰਦੇ ਹੋ? ਬਿਲਕੁਲ, ਮੈਂ ਇਨਸ਼ਾਅੱਲਾ, ਮੈਂ ਚੁੱਕੇ ਗਲੀ ਦਾ ਰਿਹਾਇਸ਼ੀ ਹਾਂ, ਮੇਰੇ ਵੀ ਛੋਟੇ ਛੋਟੇ ਬੱਚੇ ਨੇ ਔਰ ਵੀ ਕਈ ਵਾਰੀ ਗਲੀ ਦੇ ਵਿੱਚ ਡਿੱਗ ਕੇ ਗੰਦੇ ਹੋਏ ਨੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਲੇਕਿਨ ਉਹ ਬੜੀ ਵਾਰੀ ਨੁਕਸਾਨ ਉਹਨਾਂ ਦੀ ਮਤਲਬ ਜਿਹੜਾ ਭਰ ਕਰਦੇ ਸਨ ਗਾਰੇ ਦੇ ਨਾਲ, ਫਿਰ ਨੁਹਾ ਧੁਆ ਕੇ ਠੀਕ ਕਰ ਲਈਦਾ ਸੀ। ਲੇਕਿਨ ਹੁਣ ਮੈਂ ਇਸ ਸਿਸਟਮ ਦੇ ਖਿਲਾਫ ਇਨਸ਼ਾਅੱਲਾ ਮੈਂ ਸੂਬਾਈ ਜਿਹੜਾ ਚੀਫ ਸੈਕਟਰੀ ਉਦੋਂ ਏਸੀ ਡੀਸੀ ਵਗੈਰਾ ਨੂੰ ਸਾਰਿਆਂ ਨੂੰ ਦਰਖਾਸਤਾਂ ਦਾਂਗਾ, ਔਰ ਨਾਲ ਮੈਂ ਸੂਬਾਈ ਮੌਸਮ ਨੂੰ ਦਰਖਾਸਤ ਦਾਂਗਾ, ਔਰ ਮੈਂ ਇਨਸ਼ਾਅੱਲਾ ਪੂਰੀ ਇਸ ਕੇਸ ਨੂੰ ਹੁਣ ਪੂਰੀ ਤਰ੍ਹਾਂ ਇਹਨੂੰ ਹਾਈਲਾਈਟ ਕਰਾਂਗਾ ਕਿ ਇਹ ਸਾਡੇ ਮੁਲਕ ਦੇ ਵਿੱਚ, ਸਾਡੇ ਕੱਖੜ ਦੇ ਵਿੱਚ ਮੱਲਾ ਅਨਸਾਰੀ ਟਾਊਨ ਹੈ, ਉਹਦੇ ਵਿੱਚ ਗਲੀਆਂ 3-3 ਵਾਰੀ ਬਣ ਚੁੱਕੀਆਂ ਨੇ, ਸੀਵਰੇਜ 3-3 ਵਾਰੀ ਪੈ ਗਈ ਹੈ। ਲੇਕਿਨ ਮੱਲਾ ਭਲਵਾਨਪੁਰ ਹੈ, ਮੱਲਾ ਸਲਾਮਤਪੁਰ ਹੈ, ਜਾ ਕੇ ਵੇਖ ਲਓ ਮੱਲਾ ਨੂਰਪੁਰ ਹੈ, ਉਵੇਂ ਨਹੀਂ ਉਵੇਂ ਉਹਨਾਂ ਦੀਆਂ ਗਲੀਆਂ ਨੇ, 3-3 ਫੁੱਟ ਡੂੰਘੀ ਗਲੀ ਹੈ ਤੇ ਗੰਦ ਦੀਆਂ ਭਰੀਆਂ ਨੇ। ਮੈਂ ਇਨਸ਼ਾਅੱਲਾ ਪੂਰੀ ਇਹਦੇ ਉੱਤੇ ਕਾਰਵਾਈ ਕਰਾਂਗਾ ਔਰ ਇਹਨਾਂ ਦੀ ਕਰਪਸ਼ਨ ਨੂੰ ਬੇਨਕਾਬ ਕਰਾਂਗਾ। ਜੀ ਦੋਸਤੋ, ਇਹ ਸਨ ਜ਼ਫਰ ਇਕਬਾਲ ਸਾਹਿਬ। ਇਹਨਾਂ ਦੀ ਗਲੀ ਦੇ ਵਿੱਚ ਦਿਲ ਖਰਾਸ਼ ਵਾਕਿਆ ਪੇਸ਼ ਹੋਇਆ ਹੈ ਔਰ ਉਹਨਾਂ ਆਪਣਾ ਖਿਆਲਾਤ ਦਾ ਇਜ਼ਹਾਰ ਕੀਤਾ ਹੈ ਔਰ ਆਪਣੇ ਲਾਹਾ ਅਮਲ ਦਾ ਵੀ ਦੱਸਿਆ ਕਿ ਅਸੀਂ ਇਹਦੇ ਬਾਰੇ 'ਚ ਕੀ ਲਾਹਾ ਅਮਲ ਤਿਆਰ ਕਰ ਰਹੇ ਹਾਂ ਔਰ ਇਹਦੇ ਉੱਤੇ ਪਰਸੋਂ ਕਿਹਨਾਂ ਨੂੰ ਕਰਨਾ ਚਾਹ ਰਹੇ ਹਾਂ। ਅੱਜ ਲਈ ਇੰਨਾ ਹੀ, ਕੱਲ ਤੱਕ ਲਈ ਇਜਾਜ਼ਤ ਦਿਓ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾ ਨਿਗਹਿਬਾਨ।